ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ 'ਚ ਅੱਜ ਫਿਰ ਤੁਹਾਡਾ ਸਵਾਗਤ ਆ। ਪਿਛਲੇ ਕੁਝ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਐਵਰ ਰੈਡੀ ਦੇ ਬਾਰੇ 'ਚ ਤੁਹਾਨੂੰ ਸਾਡੇ ਪ੍ਰਾਤਾ ਨਿਰਵੈਰ ਭਾਈ ਸਾਹਿਬ ਨੇ ਪੂਰੇ ਇੱਕ ਡਿਟੇਲ 'ਚ ਔਰ ਨਾਲੇ ਕੁਝ ਗੂੜ੍ਹੀਆਂ ਗੱਲਾਂ ਵੀ ਦੱਸੀ ਥੀ। ਅੱਜ ਅਸੀਂ ਗੱਲ ਕਰੂੰਗੇ ਬੈਲੈਂਸ, ਸਮਾਨ ਸਥਿਤੀ ਤੇ ਨਾਲੇ ਇੱਕ ਰਸ। ਇਹ ਸਾਡੇ ਮਨ 'ਚ ਬਹੁਤ ਅੱਛੀ ਤਰ੍ਹਾਂ ਪ੍ਰਸ਼ਨ ਆਉਂਦੇ, ਲੇਕਿਨ ਹੱਲ ਅਸੀਂ ਆਪਣੇ ਆਪ ਨਹੀਂ ਦੇ ਪਾਉਂਦੇ। ਇਹਦੇ ਵਾਸਤੇ ਸਾਡੇ ਇਸ ਕਰਤਾ ਪੁਰਖ 'ਚ ਅਨੁਭਵੀ ਵਿਅਕਤੀ ਯਾਨੀ ਕਿ ਸਾਡੇ ਨਿਰਵੈਰ ਭਾਈ ਸਾਹਿਬ ਆਈਏ, ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਬੈਲੈਂਸ ਅਤੇ ਸਮਾਨ ਸਥਿਤੀ ਅਤੇ ਨਾਲੇ ਇੱਕ ਰਸ ਸਥਿਤੀ ਕਿਆ ਹੁੰਦੀ ਹੈ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਧੰਨਵਾਦ। ਸਤਿ ਸ੍ਰੀ ਅਕਾਲ। ਓਮ ਸ਼ਾਂਤੀ ਜੀ। ਹਾਂਜੀ ਭਾਈ ਸਾਹਿਬ, ਅੱਜ ਇੱਕ ਟੌਪਿਕ ਇਹ ਹੈ ਕਿ ਬੈਲੈਂਸ ਅਤੇ ਨਾਲੇ ਸਮਾਨ ਸਥਿਤੀ ਅਤੇ ਇੱਕ ਰਸ ਸਥਿਤੀ ਕਿਆ ਹੁੰਦੀ। ਤਾਂ ਪ੍ਰਸ਼ਨ ਇਹ ਉੱਠਦਾ ਕਿ ਕਿਨ ਗੱਲਾਂ 'ਚ ਅਸੀਂ ਕਿਨ ਪਰਿਸਥਿਤੀਆਂ 'ਚ ਅਸੀਂ ਇੱਕ ਰਸ ਸਥਿਤੀ ਬਣਾ ਕੇ ਰੱਖੀਏ। ਬਾਬਾ ਕਈ ਵੇਲਾ ਮੁਰਲੀ 'ਚ ਵੀ ਬੋਲਦੇ ਕਿ ਇੱਕ ਰਸ ਸਥਿਤੀ ਬਣਾ ਕੇ ਰੱਖਣੀ, ਕੋਈ ਵੀ ਪਰਿਸਥਿਤੀ ਆਏ ਤੁਹਾਡੇ ਵਰਗੋ। ਲਕਸ਼ ਜੀ ਇੱਕ ਹੋ ਸਕਦਾ ਔਰ ਉਸ ਲਕਸ਼ ਤਾਈਂ ਪਹੁੰਚਣ ਵਾਸਤੇ ਜੋ ਪੁਰਸ਼ਾਰਥ ਕਰੀਦਾ, ਮਿਹਨਤ ਕਰੀਦੀ ਹੈ, ਮਿਹਨਤ 'ਚ ਥੋੜ੍ਹਾ ਉੱਚਾਈ ਨੀਚਾਈ ਆ ਸਕਦੀ ਹੈ। ਜੀ। ਅਸੀਂ ਇਹ ਸੋਚੀਏ ਕਿ ਹੁਣ ਅਸੀਂ ਬ੍ਰਹਮਾ ਕੁਮਾਰੀ ਇਸ ਦੇ ਗਿਆਨ ਨੂੰ ਸੁਣਨ ਤੋਂ ਬਾਅਦ ਬਿਲਕੁਲ ਸਾਡੀ ਅਵਸਥਾ ਜਿਹੜੀ ਆ ਉਹ ਇੱਕ ਰਸ ਰਹੇਗੀ। ਦੁਨੀਆ ਵਿੱਚ ਰਹਿੰਦੇ ਹਾਂ ਔਰ ਦੁਨੀਆਦਾਰੀ ਦੀ ਕਈ ਗੱਲਾਂ ਆਪਣੇ ਕਾਰੋਬਾਰ 'ਚ ਵੀ ਆਉਂਦੀਆਂ ਹੀ, ਘਰ 'ਚ ਵੀ ਆਉਂਦੀਆਂ ਹੀ, ਸਮਾਜ 'ਚ ਵੀ ਆਉਂਦੀਆਂ ਹੀ। ਅਤੇ ਉਸ ਵੇਲੇ ਹੋ ਸਕਦਾ ਹੀ ਕਿ ਤੁਸੀਂ ਬੜੀ ਉੱਚੀ ਸਥਿਤੀ ਆਪਣੀ ਬਣਾਈ ਹੋਈ ਹੋਏ, ਜੀ। ਜਿਹਨੂੰ ਕਿਹਾ ਜਾਂਦਾ ਸਾਖਸ਼ੀਪਨ ਦਾ ਭਾਵ। ਅਤੇ ਸਾਰੀਆਂ ਗੱਲਾਂ ਸੁਣਦੇ ਦੇਖਦੇ ਫਿਰ ਵੀ ਤੁਸੀਂ ਸਾਖਸ਼ੀਪਨ ਦੇ ਭਾਵ 'ਚ ਅਗਰ ਰਹਿੰਦੇ ਹੋ ਤਾਂ ਹੋ ਸਕਦਾ ਕਿ ਕੋਈ ਤੁਹਾਡੇ 'ਤੇ ਅਸਰ ਨਾ ਹੋਏ। ਪਰ ਸੁਭਾਵਿਕ ਤੌਰ 'ਤੇ ਮੈਂ ਜਿਹੜਾ ਦੇਖਿਆ ਹੀ ਕਿ ਅੱਛੀ ਗੱਲ ਕੋਈ ਹੁੰਦੀ ਹੈ ਤਾਂ ਖੁਸ਼ੀ ਹੁੰਦੀ ਹੈ। ਜੀ। ਔਰ ਅਗਰ ਕੋਈ ਅਪ੍ਰਿਯ ਘਟਨਾ ਘਟਦੀ ਹੈ ਤੇ ਉਹਦਾ ਖਿਆਲ ਵੀ ਚੱਲਦਾ ਹੀ। ਕਦੀ ਕਦੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਦੁੱਖ ਵੀ ਥੋੜ੍ਹਾ ਬਹੁਤ ਆ ਜਾਂਦਾ ਹੀ। ਜੀ। ਉਹਦੇ ਵਾਸਤੇ ਹੈ ਕਿ ਸਾਨੂੰ ਸ਼ਿਵ ਬਾਬਾ ਨੇ ਬ੍ਰਹਮਾ ਬਾਬਾ ਦੁਆਰਾ ਕਾਫੀ ਗਿਆਨ ਦੀਆਂ ਗੱਲਾਂ ਦਿੱਤੀਆਂ ਹੀ ਕਿ ਜੈਸੀ ਸਿਚੁਏਸ਼ਨ ਆਏ ਉਸ ਵੇਲੇ ਆਪਣੇ ਆਪ ਨੂੰ ਕਿਸ ਤਰ੍ਹਾਂ ਸੈੱਟ ਕਰਨਾ ਹੈ। ਉਹਦੇ ਵਾਸਤੇ ਅਸ਼ਟ ਸ਼ਕਤੀਆਂ ਦਾ ਖਾਸ ਪ੍ਰਯੋਗ ਹੁੰਦਾ ਹੈ। ਕਿਤੇ ਸਾਖਸ਼ੀਪਨ ਦਾ, ਜੀ। ਕਿਤੇ ਸਾਹਮਣਾ ਕਰਨ ਦਾ। ਤੇ ਡਿਪੈਂਡ ਕਰਦਾ ਹੀ ਕਿ ਕਿਹੋ ਜਿਹੀ ਸਿਚੁਏਸ਼ਨ ਹੈ। ਅੱਛਾ। ਔਰ ਦੂਸਰਾ ਹੈ ਕਿ ਰੋਜ਼ਮर्रा ਦੀ ਜੀਵਨ 'ਚ ਦੇਖੀਦਾ ਹੀ। ਸਵੇਰੇ ਬਾਬਾ ਨਾਲ ਗੁੱਡ ਮਾਰਨਿੰਗ ਕਰਦੇ ਆ, ਬਾਬਾ ਦੀ ਬਾਣੀ ਸੁਣਦੇ ਆ, ਬੜੀਆਂ ਅੱਛੀਆਂ ਗੱਲਾਂ ਸੁਣਦੇ ਆ। ਫਿਰ ਜਦੋਂ ਕਾਰੋਬਾਰ 'ਚ ਲੱਗਦੇ ਆ ਅਤੇ ਕਈ ਗੱਲਾਂ ਸਾਹਮਣੇ ਆਉਂਦੀਆਂ ਹੀ। ਕੋਈ ਸਾਡੇ ਪਸੰਦ ਦੀ ਹੋਏਗੀ, ਕੋਈ ਸਾਡੇ ਨਾਪਸੰਦ ਦੀ ਹੋਏਗੀ। ਅਤੇ ਉਸ ਵੇਲੇ ਆਪਣੇ ਮਨ ਨੂੰ
ਇੱਕ ਰਸ ਕਿਸ ਤਰ੍ਹਾਂ ਬਣਾ ਕੇ ਰੱਖੀਏ। ਤੇ ਉਹਦਾ ਇੱਕ ਹੀ ਤਰੀਕਾ ਹੀ ਕਿ ਸਾਖਸ਼ੀਪਨ ਦਾ ਭਾਵ ਹੋਣਾ ਚਾਹੀਦਾ ਹੈ। ਸਾਖਸ਼ੀ ਹੋ ਕਰਕੇ ਦੇਖਣਾ। ਜੀ। ਇੰਗਲਿਸ਼ 'ਚ ਕਹਿੰਦੇ ਆ ਉਹਨੂੰ ਵਿਟਨੈਸ। ਵਿਟਨੈਸ ਦੇ ਉਹ ਫਿਰ ਤੁਸੀਂ ਜੋ ਵੀ ਜਿਹੋ ਜਿਹੀ ਸਿਚੁਏਸ਼ਨ ਆ ਉਹਦੇ ਅਨੁਸਾਰ ਨਿਰਣੇ ਕਰ ਸਕਦੇ ਹੋ ਔਰ ਤੁਹਾਡੇ ਉੱਪਰ ਅਸਰ ਨਹੀਂ ਹੋਏਗਾ ਸਿਚੁਏਸ਼ਨ ਦਾ। ਔਰ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਅਸਰ ਵੀ ਹੋਏਗਾ, ਰਿਐਕਸ਼ਨ ਵੀ ਹੋਏਗਾ। ਜੀ, ਉਹ ਇੱਕ ਸਥਿਤੀ ਹੁੰਦੀ। ਸਾਖਸ਼ੀ ਹੋ ਕੇ ਦੇਖਣਾ, ਦੇਖ ਕੇ ਉਦੋਂ ਉਹਨੂੰ ਇੱਕ ਸਥਿਤੀ ਹੋ ਕੇ ਆਪਣੇ ਜੀਵਨ ਨੂੰ ਚਲਾਉਣਾ। ਸਾਖਸ਼ੀ ਹੋ ਕੇ ਦੇਖਣਾ ਔਰ ਰਾਈਟ ਡਿਸੀਜ਼ਨ ਲੈਣਾ, ਇਹ ਬੜਾ ਜ਼ਰੂਰੀ ਹੈ। ਹੜਬੜ 'ਚ ਕਿਤੇ ਗਲਤ ਸਟੈਪ ਉਠਾ ਲਿਆ ਤੇ ਐਕਸੀਡੈਂਟ ਹੋ ਜਾਏਗਾ, ਨੁਕਸਾਨ ਹੋ ਜਾਏਗਾ। ਜੀ ਭਾਈ ਸਾਹਿਬ, ਸੰਪੂਰਨਤਾ ਕਿਹਨੂੰ ਬੋਲਦੇ? ਇਹ ਸਭ ਕੁਝ ਕੋਈ ਚੀਜ਼ ਸਾਡੀ ਮਨ ਇੱਛਾ ਪੂਰੀ ਹੋ ਗਈ ਉਹਨੂੰ ਸੰਪੂਰਨਤਾ ਬੋਲਦੇ, ਜਾਂ ਗਿਆਨ ਦੇ ਮਾਧਿਅਮ 'ਚ ਸੰਪੂਰਨਤਾ ਕਿਹਨੂੰ ਬੋਲਦੇ? ਸੰਪੂਰਨਤਾ ਦਾ ਭਾਵ ਕੀ ਹੈਗਾ ਜੀ ਕਿ ਵਿਅਕਤੀ ਜਦੋਂ ਕੋਈ ਲਕਸ਼ ਲੈ ਕਰਕੇ ਔਰ ਉਹਦੇ ਵਾਸਤੇ ਮਿਹਨਤ ਕਰਦਾ ਹੈ ਤੇ ਮਿਹਨਤ ਕਰਦੇ ਕਰਦੇ ਉਸ ਸਥਿਤੀ ਤੇ ਆ ਜਾਂਦਾ ਹੈ ਜਿਸ ਨੂੰ ਕਹੀਦਾ ਕਿ ਉਸ ਤੋਂ ਅੱਗੇ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਉਹਨੂੰ ਕਹਿੰਦੇ ਸੰਪੂਰਨਤਾ। ਜੀ। ਹੁਣ ਜਿਸ ਤਰ੍ਹਾਂ ਅਸੀਂ ਆਪਣਾ ਲਕਸ਼ ਰੱਖਿਆ ਹੀ ਮਨੁੱਖ ਤੋਂ ਦੇਵਤਾ ਬਣਦਾ। ਜੀ ਜੀ। ਪਹਿਲੇ ਤਾਂ ਕਈ ਵਾਰ ਤੇ ਲੋਕ ਕਹਿੰਦੇ ਪਹਿਲੇ ਆਦਮੀ ਮਨੁੱਖ ਤੇ ਬਣੇ, ਇਹੋ ਜਿਹੇ ਕੰਮ ਕਰਦੇ ਨੇ ਜਿਸ ਤਰ੍ਹਾਂ ਜਾਨਵਰ ਹੁੰਦੇ ਆ, ਤੇ ਪਹਿਲੇ ਤੇ ਮਨੁੱਖਤਾ ਚਾਹੀਦੀ ਹੈ। ਜੀ। ਨਾਰਮਲ ਹਿਊਮਨ ਲਾਈਫ ਜਿਹਨੂੰ ਕਹੀਏ ਉਹ ਚਾਹੀਦੀ ਹੈ। ਔਰ ਫਿਰ ਉਸ ਤੋਂ ਬਾਅਦ ਹੈ ਕਿ ਜਦੋਂ ਈਸ਼ਵਰੀ ਗਿਆਨ ਔਰ ਯੋਗ ਦੀ ਪ੍ਰੈਕਟਿਸ ਕਰੀਦੀ ਹੈ, ਉਹ ਬੜੀ ਸੂਖਸ਼ਮ ਗੱਲ ਹੈ, ਬੜੀ ਮਹੀਨਤਾ ਦੇ ਨਾਲ ਆਪਣੇ ਮਨ ਨੂੰ ਮੋਲਡ ਕਰਨਾ ਪੈਂਦਾ ਹੈ, ਸਮਝਾਉਣਾ ਪੈਂਦਾ ਹੈ ਔਰ ਆਹਿਸਤਾ ਆਹਿਸਤਾ ਤੁਸੀਂ ਦੇਖਣਗੇ ਕਿ ਸਾਡੇ ਸੋਚਣ 'ਚ, ਦੇਖਣ 'ਚ, ਬੋਲਣ 'ਚ, ਕਰਮ ਕਰਨ 'ਚ, ਰਿਐਕਟ ਕਰਨ 'ਚ ਕਾਫੀ ਸਾਡੇ 'ਚ ਚੇਂਜ ਆ ਜਾਂਦੀ ਹੈ। ਜੀ। ਐਂਡ ਚੇਂਜ ਫॉर ਦੀ ਬੈਟਰ, ਜੋ ਤੁਹਾਨੂੰ ਵੀ ਅੱਛੀ ਲੱਗੇ, ਸਾਨੂੰ ਵੀ ਅੱਛੀ ਲੱਗੇ ਤੇ ਹੋਰ ਵੀ ਜਿਹੜੇ ਸਾਡੇ ਆਸ-ਪਾਸ ਹੈਗੇ ਉਹਨਾਂ ਨੂੰ ਵੀ ਅੱਛਾ ਲੱਗੇ। ਤੇ ਉਹ ਜਿਹੜੀ ਚੇਂਜ ਹੈ ਉਹ ਆਹਿਸਤਾ ਇਤਨੇ ਤੱਕ ਆ ਜਾਂਦੀ ਹੈ, ਲੇਕਿਨ ਉਹਦੇ ਵਾਸਤੇ ਬਹੁਤ ਹੀ ਖਬਰਦਾਰੀ ਦਾ ਧਿਆਨ ਰੱਖਣਾ ਪਊਗਾ, ਪੁਰਸ਼ਾਰਥ ਕਰਨਾ ਪੈਂਦਾ ਹੈ। ਕਦਮ ਕਦਮ ਤੇ ਆਪਣੇ ਆਪ ਨੂੰ ਚੈੱਕ ਕਰਨਾ ਪੈਂਦਾ ਹੈ। ਇਸ ਕਰਕੇ ਤੁਸੀਂ ਦੋ ਸ਼ਬਦ ਸੁਣੇ ਹੋਣਗੇ, ਚੈੱਕ ਐਂਡ ਚੇਂਜ। ਵੀ ਆਪਣੇ ਆਪ ਨੂੰ ਚੈੱਕ ਕਰੋ, ਅਗਰ ਕੋਈ ਚੇਂਜ ਕਰਨ ਦੀ ਜ਼ਰੂਰਤ ਹੈ ਤੇ ਉਹ ਕੋਰਸ ਕਰੈਕਸ਼ਨ ਕਰੋ ਆਪਣੀ। ਉਹ ਕਰਦੇ ਕਰਦੇ
a day comes ਹੂੰ ਜਦੋਂ ਤੁਸੀਂ ਆਪਣੇ ਆਪ 'ਚ ਵੀ ਸੰਤੁਸ਼ਟ ਤੇ ਤੁਹਾਡੇ ਨਾਲ ਵਿਵਹਾਰ 'ਚ ਆਉਣ ਵਾਲੇ ਜੋ ਵੀ ਲੋਕ ਹੋਣਗੇ ਉਹ ਵੀ ਸੰਤੁਸ਼ਟ ਹੋਣ। ਸੰਤੁਸ਼ਟ। ਹੂੰ ਜੀ। ਤੇ ਸੰਪੰਨਤਾ? ਸੰਪੰਨਤਾ ਤੇ ਦੇਖੋ ਗੁਣਾਂ ਦੀ ਸੰਪੰਨਤਾ ਹੈ। ਅੱਛਾ। ਦੈਵੀ ਗੁਣ ਉਹਦੇ 'ਚ ਸੰਪੰਨ ਚਾਹੀਦਾ ਹੈ। ਸਰਵ ਗੁਣ ਸੰਪੰਨ ਕਿਹਾ ਜਾਂਦਾ ਹੈ। ਜੀ ਜੀ। ਤੇ ਦੈਵੀ ਗੁਣਾਂ ਦੀ ਤੁਸੀਂ ਲਿਸਟ ਬਣਾ ਲਓ ਹੂੰ ਔਰ ਫਿਰ ਚੈੱਕ ਕਰੋ ਕਿ ਹਰ ਇੱਕ ਗੁਣ ਮੇਰਾ ਮਨ, ਵਾਣੀ, ਕਰਮ ਤਿੰਨਾਂ 'ਚ ਠੀਕ ਹੈ ਜਾਂ ਉਹਦੇ 'ਚ ਕੋਈ ਕਮੀ ਹੈ। ਕਈ ਗੱਲਾਂ ਦਾ ਸਾਨੂੰ ਗਿਆਨ ਤੇ ਹੁੰਦਾ ਹੀ, ਪਰ ਪ੍ਰੈਕਟੀਕਲ ਜੀਵਨ 'ਚ ਲਿਆਉਣ 'ਚ ਥੋੜ੍ਹੀ ਮਿਹਨਤ ਲੱਗਦੀ ਹੈ ਜੀ। ਔਰ ਉਹ ਮਿਹਨਤ ਕਰਨ 'ਚ ਕਈ ਤੇ ਆਪਣਾ ਪੁਰਸ਼ਾਰਥ ਕਰਕੇ ਸਫਲ ਹੋ ਜਾਂਦੇ ਹੈ ਔਰ ਕੋਈ ਇਸ ਤਰ੍ਹਾਂ ਵੀ ਹੈ ਕਿ ਥੱਕ ਜਾਂਦੇ ਆ। ਜੀ ਥੋੜੀ ਜਿਹੀ ਮਿਹਨਤ ਕਰਨਗੇ ਜੀ। ਫਿਰ ਥੱਕ ਜਾਣਗੇ। ਤੇ ਇਹ ਥੋੜਾ ਪੇਸ਼ੈਂਸ ਚਾਹੀਦੀ ਹੈ, ਜੀ। ਸਬਰ ਚਾਹੀਦਾ, ਥੋੜਾ ਜਲਦਬਾਜ਼ੀ ਨਹੀਂ ਚਾਹੀਦੀ। ਆਹਿਸਤਾ ਆਹਿਸਤਾ ਔਰ ਰੋਜ਼ ਆਪਣਾ ਅਗਰ ਕੋਈ ਚਾਰਟ ਲਿਖੇਗਾ, ਡਾਇਰੀ ਜਿਹਨੂੰ ਕਹਿੰਦੇ ਆ, ਉਸ ਤੋਂ ਪਤਾ ਲੱਗੇਗਾ ਸਾਡੀ ਕਿੰਨੀ ਕੁ ਪ੍ਰੋਗਰੈਸ ਹੋਈ ਹੈ, ਅਸੀਂ ਕਿੱਥੋਂ ਤਾਈਂ ਪਹੁੰਚੇ। ਔਰ ਹੋਰ ਕਿਸੇ ਦੀ ਮਦਦ ਦੀ ਲੋੜ ਹੋਏ, ਤੁਹਾਡੇ ਕੋਲੋਂ ਸੀਨੀਅਰ ਕੋਈ ਹੈਗੇ ਹੈ, ਉਹਨਾਂ ਨੂੰ ਪੁੱਛ ਸਕਦੇ ਹੋ, ਭੈਣਾਂ ਹੈਗੀਆਂ ਹੀ, ਭਾਈ ਹੈਗੇ। ਲੇਕਿਨ ਸਭ ਤੋਂ ਬੈਸਟ ਟੀਚਰ ਜਿਹੜਾ ਮੈਂ ਦੇਖਿਆ ਹੀ, ਤੁਹਾਡਾ ਖੁਦ ਦਾ ਜਿਹੜਾ ਆਪਣਾ ਓਰੀਜਨਲ ਸਰੂਪ ਹੈ, ਦੈਟ ਇਜ਼ ਦਾ ਬੈਸਟ ਟੀਚਰ। ਸੰਪੂਰਨ ਸਰੂਪ ਆਪਣਾ ਸਾਹਮਣੇ ਰੱਖੋ। ਜਿਸ ਤਰ੍ਹਾਂ ਬਾਬਾ ਨੇ ਸ਼ੁਰੂ 'ਚ ਜੋ ਵੀ ਓਮ ਮੰਡਲੀ 'ਚ ਭਾਈ ਭੈਣ ਹੈਗੇ ਸੀ, ਜੀ। ਹਰ ਇੱਕ ਦਾ ਇੱਕ ਸਫੇਦ ਵਸਤਰਧਾਰੀ ਉਹ ਫੋਟੋ ਔਰ ਇੱਕ ਬੜਾ ਸਜਾ ਸਜਾਇਆ ਮਹਾਰਾਜਾ ਜਾਂ ਮਹਾਰਾਣੀ ਦਾ ਫੋਟੋ। ਤਾਂ ਉਹ ਬਾਬਾ ਨੇ ਕਿਹਾ ਆਪਣੇ ਬੈਡਰੂਮ 'ਚ ਰੱਖੋ, ਤੁਸੀਂ ਉੱਠਦੇ ਬੈਠਦੇ ਤੁਸੀਂ ਦੇਖਦੇ ਰਹੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕਿੰਨੇ ਤਾਈਂ ਪਹੁੰਚਿਆ। ਤੇ ਉਹ ਮਤਲਬ ਇੱਕ ਲਕਸ਼ ਹੋਏਗਾ ਤਾਂ ਹੀ ਲਕਸ਼ਣ ਆਉਣਗੇ, ਨਹੀਂ ਤੇ ਨਹੀਂ। ਜ਼ਰੂਰ ਜੀ। ਤੇ ਬਾਬਾ ਕਈ ਵਾਰ ਇੱਕ ਸ਼੍ਰੀਮਤ ਦਿੰਦੇ ਕਿ ਸਵ ਉન્નਤੀ ਔਰ ਸੇਵਾ ਦੀ ਉન્નਤੀ ਦਾ ਬੈਲੈਂਸ ਰੱਖੋ, ਲੇਕਿਨ ਅੱਜ ਕੱਲ੍ਹ ਇਸ ਟਾਈਮ ਤਾਂ ਇਹ ਹੈ ਕਿ ਸਭ ਤੋਂ ਜ਼ਿਆਦਾ ਇੱਕ ਜਿਹੜਾ ਨੰਬਰ ਵੱਲ ਬੋਲਿਆ ਜਾਂਦਾ ਕਿ ਸੇਵਾ ਸੇਵਾ ਸੇਵਾ, ਤਾਂ ਫਿਰ ਸਵ ਉન્નਤੀ ਦਾ ਕਿੱਦਾਂ ਬੈਲੈਂਸ ਰੱਖ ਸਕਦੇ ਅਸੀਂ? ਯੰਗ ਲੋਕਾਂ ਨੂੰ, ਜੀ, ਜਿਹੜੇ ਯੁਵਾ ਭਾਈ ਭੈਣ ਹੈਗੇ ਆ, ਉਹਨਾਂ ਨੂੰ ਐਕਸ਼ਨ ਜ਼ਿਆਦਾ ਅੱਛਾ ਲੱਗਦਾ ਹੈ। ਹਾਂਜੀ। ਔਰ ਐਕਸ਼ਨ ਮਾਨਾ ਹੀ ਉਹਨਾਂ ਨੂੰ ਸੇਵਾ 'ਚ ਬਿਜ਼ੀ ਰਹਿਣ 'ਚ ਮਜ਼ਾ ਆਉਂਦਾ ਹੀ। ਜਿਸ ਤਰ੍ਹਾਂ ਛੁੱਟੀਆਂ 'ਚ ਕਈ ਬੱਚੇ ਆ ਕਰਕੇ ਇੱਥੇ, ਉਹ ਭਾਵੇਂ ਕਿਚਨ 'ਚ ਸੇਵਾ ਕਰਨੀ ਆ ਉਹਨਾਂ ਨੇ, ਜੀ, ਭਾਵੇਂ ਡਾਈਨਿੰਗ ਰੂਮ 'ਚ ਕਰਨੀ ਹੈ, ਭਾਵੇਂ ਵੱਡੇ ਹਾਲ 'ਚ ਕਰਨੀ ਹੈ, ਛੋਟੇ ਹਾਲ 'ਚ ਕਰਨੀ ਹੈ, ਬਾਬਾ ਦੇ ਕਮਰੇ ਦੇ ਇਰਦ ਗਿਰਦ ਉੱਥੇ ਰਹਿਣਾ ਕਰਨੀ ਹੈ,
ਉਹਨਾਂ ਨੂੰ ਸੇਵਾ ਚਾਹੀਦੀ ਆ, ਫ੍ਰੀ ਨਹੀਂ ਰਹਿਣਾ ਚਾਹੁੰਦੇ, ਸੇਵਾ ਕਰਨੀ ਹੈ ਲੇਕਿਨ ਬੈਲੈਂਸ ਰੱਖਣਾ ਨਹੀਂ ਆਉਂਦਾ। शुरू तो लेके बाबा ने, शिव बाबा और ब्रह्मा बाबा, बाप दादा ने या मातेश्वरी, सरस्वती या दादीस, सभी ने ध्यान रख इस चीज़ का रखा। पहले सो सेवा, अमृत वेला मेडिटेशन, फिर मुरली सुननी भी, रिपीट भी करनी, ਉਹਦਾ अध्ययन फिर करना, ਉਹਦੇ ਚੋਂ कुछ ना कुछ नोट्स लिखने, ताकि स्टूडेंट लाइफ ਦਾ आनंद ले कोई। ਕਿਹਾ ਜਾਂਦਾ ਹੀ स्टूडेंट लाइफ इज़ द बेस्ट जी। और फिर जो ज्ञानवान आत्मा हैगे है वो की कहते हैं, godly student life is the best। प्रैक्टिकल क्यों? एक तो मोटिवेशन बहुत ही उच्ची हैगी। कोई आदमी स्वप्न च भी नहीं सोच सकता कि असी ये ज्ञान और योग नू अच्छी तरह स्टडी करके इतनी ऊंचाई च जा सकते हैं। जी। मनुष्य तो देवता बन सकते हैं, नर तो श्री नारायण बन सकते हैं, नारी तो श्री लक्ष्मी बन सकते हैं। ये बहुत ही ऊंचाई दी गल है। आम तौर पे तो तुसी किसी नू सुनाओ ना ये लक्ष्य, कहेंगे असी ये जो इत्थे जो हैगे हैं एवें ठीक है। जी। पुरुषार्थ नहीं करना चाहते, लेकिन यंग लोगों की ये विशेषता है यूथ एज कि दे आर एंथुजियास्टिक। वो चाहते हैं कि असी कुछ अचीव करिए। लौकिक तरीके नाल भी वो पढ़ाई अच्छी करके और कोई अच्छी पोजीशन पाना चाहते हैं। साथ साथ अगर उन्होंने ये ज्ञान मिल जाता ही और धारणा दियां गल्लां आउंदियां ही, मैडिटेशन दियां गल्लां आउंदियां, उहदे च भी उन्होंने बड़ी रुचि होंदी है, दोनों गल्लां ही। तो इस करके बड़ा ध्यान देना पैंदा ही कि पहले उन्होंने प्यार नाल समझाउणा पैंदा ही, क्योंकि कई बार ये देखिया ही कि जदों कोई सेवा दे प्रोग्राम होंदे आ, यंग लोग बड़ी मेहनत करते हैं, दिन रात लगे रहणगे। जी जी। बट इन दैट उन्हों का मॉर्निंग मैडिटेशन मिस हो जाएगा, बाबा दे महावाक्य सुनने, मुरली मिस हो जाएगी, तो जी अपनी उन्नति होनी है उहदे च रुकावट आ जाती है। जदों अपने उन्नति च रुकावट आ जाती है तो पुराने संस्कार फिर इमर्ज होने लग पैंदे, फिर थोड़ा नखरे करन दा, थोड़ा रूठ जान दा, थोड़ा गुस्सा आ जाता, ये थोड़िया थोड़िया गल्लां आउंदियां ही। जी जी। फिर उस तो बाद भैन जी बैठ करके समझाउणगे ये ठीक नहीं है। तो ये बैलेंस रखना, तो पहले सो सेवा फिर जन सेवा, ये अगर ध्यान रहे तो फिर बहुत अच्छी जीवन बन जाती है और बड़ी सेवा सुंदर हो जाती है। जी। ਤੇ ਜਿਹੜੀ ਸਵ ਉન્નਤੀ ਜੇ ਤੁਸੀਂ ਦੱਸੀ ਆ ਸੇਵਾ ਦੀ, ਇਹਦਾ ਕੋਈ ਮਾਪਦੰਡ ਕੁਝ ਐਸੇ ਕਰਕੇ ਕੁਝ ਹੁੰਦਾ ਹੈ? ਮਤਲਬ ਪਹਿਲੀ ਗੱਲ ਤਾਂ ਇਹ ਮਾਪਦੰਡ ਹੁੰਦਾ ਹੈ। ਮਾਪਦੰਡ ਤੇ ਬਹੁਤ ਤੁਸੀਂ ਪਹਿਲੇ ਵੀ ਸੁਣਿਆ ਹੀ, ਹੁਣ ਅੱਜ ਵੀ ਸੁਣ ਲਓ ਜੀ। सर्व गुण संपन्न बनना, कोई गुण की कमी ना रहे,
ਹੁਣ ਸੋਚਣ ਦੀ ਗੱਲ ਹੈ ਕਹਿਣ ਚ ਤਾਂ ਜਲਦੀ ਜਲਦੀ ਕਹਿ ਦਿੰਦੇ ਸਰਵਗੁਣ ਸੰਪੰਨ ਸੋਲਾ ਕਲਾ ਸੰਪੂਰਨ ਸੰਪੂਰਨ ਨਿਰਵਿਕਾਰੀ, ਜਿਸ ਤਰ੍ਹਾਂ ਉਹ ਮਾਲਾ ਜਪਦੇ ਆ, ਪਰ ਉਹਨੂੰ ਥੋੜਾ ਸਮਝ ਕਰਕੇ ਬਈ ਸਰਵ ਗੁਣ ਸੰਪੰਨ ਜਿਤਨੀ ਵੀ ਗੁਣਾਂ ਦੀ ਲਿਸਟ ਹੈਗੀ ਹੈ ਹਾਂਜੀ, ਉਹ ਲੈ ਲਓ ਔਰ ਉਸ ਨੂੰ ਦੇਖੋ ਉਹ ਕਿੱਥੋਂ ਤਾਈਂ ਜੀਵਨ ਚ ਆਏ ਨੇ, ਮਨ ਵਾਣੀ ਕਰਮ ਚ ਸਰਵ ਗੁਣ ਸੰਪੰਨ, ਫਿਰ 16 ਕਲਾ ਸੰਪੂਰਨ, ਕਈ ਕਲਾ ਹੈਗੀਆਂ 16 ਕਲਾ, ਤੇ ਉਸ ਹਰ ਇੱਕ ਕਲਾ ਚ ਸੰਪੰਨਤਾ ਹੋ ਜਾਏ, 16 ਕਲਾ ਸੰਪੂਰਨ, ਸਰਵ ਗੁਣ ਸੰਪੰਨ 16 ਕਲਾ ਸੰਪੂਰਨ, ਫਿਰ ਹੈ ਸੰਪੂਰਨ ਨਿਰਵਿਕਾਰੀ। ਇਹ ਯੂਥ ਏਜ 'ਚ ਖਾਸ ਧਿਆਨ ਰੱਖਣਾ ਪੈਂਦਾ ਹੈ, ਕਿਉਂਕਿ ਅਗਰ ਮਨ ਬਾਬਾ ਦੇ ਨਾਲ ਨਹੀਂ ਲਗਾਇਆ ਹੋਇਆ ਜਾਂ ਆਪਣੀ ਪੜ੍ਹਾਈ 'ਚ ਨਹੀਂ ਲੱਗੇ ਹੋਏ ਠੀਕ ਤਰ੍ਹਾਂ, ਤੇ ਫਿਰ ਖਾਲੀ ਦਿਮਾਗ ਸ਼ੈਤਾਨ ਦਾ ਘਰ, ਫਿਰ ਉਹ ਉਲਟੀ ਸੁਲਟੀ ਗੱਲਾਂ ਦਿਮਾਗ 'ਚ ਹੋਣਗੀਆਂ। ਔਰ ਦੂਸਰਾ ਹੈ ਕਿ ਜੋ ਅਸੀਂ ਗਿਆਨ ਵੀ ਸੁਣਦੇ ਹਾਂ ਉਹ ਗਿਆਨ ਦੀ ਬੜੀ ਗਹਿਰਾਈ ਹੈਗੀ ਹੈ ਜੀ, ਮੋਟੇ ਰੂਪ 'ਚ ਕਹਿ ਦਿੰਦੇ ਆ ਆਤਮਾ ਪਰਮਾਤਮਾ ਇਹ ਉਹ, ਲੇਕਿਨ ਉਹਦੀ ਰੀਅਲਾਈਜੇਸ਼ਨ ਜਿਹੜੀ ਹੈ ਉਹ ਕੋਈ ਬੈਠ ਕੇ ਅਭਿਆਸ ਕਰਕੇ ਫਿਰ ਦੇਖੇ ਕਿ ਕਿਤਨਾ ਫਰਕ ਪੈ ਜਾਂਦਾ ਹੈ। ਤੇ ਰੀਅਲਾਈਜੇਸ਼ਨ ਜ਼ਰੂਰ ਕਰਨੀ ਪਏਗੀ, ਐਂਡ ਔਨ ਦਾ ਬੇਸਿਸ ਆਫ ਰੀਅਲਾਈਜੇਸ਼ਨ ਜੀਵਨ 'ਚ ਪਰਿਵਰਤਨ ਆਉਂਦਾ ਹੈ। ਜੋ ਆਮ ਵਿਅਕਤੀ ਦਾ ਜੀਵਨ ਜਿਸ ਤਰ੍ਹਾਂ ਅਸੀਂ ਪਹਿਲੇ ਜੀਂਦੇ ਸੀ ਉਹਦੇ 'ਚ ਅੱਛਾ ਵੀ ਹੁੰਦਾ ਸੀ ਤੇ ਕੁਛ ਗੱਲਾਂ ਇਹੋ ਜਿਹੀਆਂ ਜਿਹੜੀਆਂ ਨਹੀਂ ਵੀ ਅੱਛਾ ਹੁੰਦੀਆਂ, ਪਰ ਜਦੋਂ ਅਸੀਂ ਲਕਸ਼ ਰੱਖ ਲਿਆ ਕਿ ਅਸੀਂ ਸੰਪੂਰਨ ਬਣਨਾ ਹੈ ਤੇ ਫਿਰ ਬਹੁਤ ਬਾਰੀਕੀ ਨਾਲ ਆਪਣੇ ਉੱਪਰ ਅਟੈਂਸ਼ਨ ਰੱਖਣਾ ਪੈਂਦਾ ਜੀ। ਇਹਦੇ 'ਚ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੈ ਪਰਚਿੰਤਨ। परचिंतन पतन की जड़ है और सोचिंतन सुख का आधार है जी। अधिकतर थोड़ा जिहा जदों कोई ज्ञान ले लेंदा ही जी उस समझदा मैं तो हुण ज्ञानी बन गया, तो ज्ञानी बन गया तो उन्होंने हर एक च कोई ना कोई कमी नज़र आएगी, ਉਹਦੇ ਤੇ ਹੀ ਧਿਆਨ ਰਹੇਗਾ, ਉਹਨੂੰ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰ ਦੇਗਾ। ਇਹ ਨਹੀਂ ਚਾਹੀਦਾ, ਇਹ ਬਹੁਤ ਧਿਆਨ ਰੱਖਣਾ ਪੈਂਦਾ। ਇਸ ਕਰਕੇ ਬਾਬਾ ਨੇ ਕਿਹਾ ਹਰ ਇੱਕ ਦੇ ਗੁਣ ਦੇ ਉੱਪਰ ਤੁਹਾਡੀ ਨਜ਼ਰ ਚਾਹੀਦੀ ਹੈ, ਕਮੀਆਂ ਦੇ ਉੱਪਰ ਨਹੀਂ। ਜੀ ਭਾਈ ਸਾਹਿਬ। ਤੇ ਸਰਵ ਗੁਣ ਸੰਪੰਨ 16 ਕਲਾ ਸੰਪੂਰਨ, ਫਿਰ ਸੰਪੂਰਨ ਨਿਰਵਿਕਾਰੀ ਮਰਿਆਦਾ ਪੁਰਸ਼ੋਤਮ। ਇਹ ਬਹੁਤ ਵੱਡੀ ਗੱਲ ਹੈ। ਬ੍ਰਾਹਮਣਾਂ ਦੀ ਮਰਿਆਦਾ ਜਿਹੜੀ ਹੈ ਉਹ ਬਹੁਤ ਉੱਚੀ ਹੈਗੀ ਹੈ। ਉਹਦੇ 'ਚ ਬਾਬਾ ਖਾਸ ਯੰਗ ਲੋਕਾਂ ਨੂੰ ਖਾਸ ਧਿਆਨ ਖਿਚਾਉਂਦਾ ਹੀ। ਆਪਸ 'ਚ ਬੜਾ रूहानी प्यार होए भावें, लेकिन फैमिलियरिटी नहीं चाहिए। नहीं चाहिए। तो ये थोड़ा जा ध्यान रखना ढिलापन आ जाता है। जी भाई साहब, क्या तुसी 2 या 3 मिनट कुछ सहज राजयोग दी अनुभूति कराओगे? ओम शांति। ओम शांति कहण वेले मन च यही सोचते हैं कि असी आत्मा शांत स्वरूप है।
शांत स्वरूप 3-4 ਵਾਰ ਆਪਣੇ ਆਪ ਨੂੰ ਤੁਸੀਂ याद दिलाओ। ओम शांति। मैं आत्मा शांत स्वरूप शांति दे सागर परम पिता परमात्मा शिव दी संतान, मैं शांत स्वरूप सालिग्राम शिव बाबा तो अपना अधिकार शांति दा, शिव बाबा दे असीम प्यार दा स्वीकार करदियां महसूस कर रहा ही अपने खुशकिस्मती का मैनू ख्याल आ रहा ही कि कितना भाग्यशाली हैं असी, सानू आत्म ज्ञान भी मिल गया और पिता परमात्मा का यथार्थ ज्ञान, उन्हों का यथार्थ परिचय भी मिल गया। इस तो वड्डी होर कोई खुशकिस्मती नहीं है। जिसने पिता परमात्मा नू जान लिया, पहचान लिया और उन्होंने दे बन गए। वैसे तो कहना चाहता ही कि असी है ही परमात्मा दे बच्चे, लेकिन वो सिमरत ही नहीं रहिंदी। तो ये सुभाविक रूप च अगर साड़ी सिमरती बनी रहे तो मन सदा खुश रहेगा, सदा शुभ सोचेगा और सदा हर एक दे नाल इसे भावना च गलबात करेगा कि ये भी शिव बाबा दे बच्चे ने, ये भी चैतन ज्योति स्वरूप सालिग्राम ने। असी सब सालिग्राम शिव परमात्मा दे बच्चे। इस भावना नाल जदों असी बाबा दे नाल अपना मन लगाने हैं ते अंदर ही अंदर सानू महसूस हुंदा ही चमत्कारी शिव परमात्मा और चमत्कारी असी सालिग्राम रूपी आत्मा। हीरे दे समान जिन्हों कहा जाता है बेदाग हीरा, फ्लॉलेस। एहो जे हीरे की चमक जिहड़ी है वो बहुत बहुत अपने दिल च समा के अति इंद्रिय सुख का अनुभव करना पुरुषोत्तम संगम युग च सब तो वड्डी देन है ईश्वर की सानू। सदा खुश रहो और सब नू खुश रखो। ओम शांति।